कोई दिन ऐसा नहीं ਹੁੰਦਾ जिस दिन सवेरे ਉੱਠਦੀ ਹਾਂ ਤਦ ਵੀ ਕਦੀ ਕਦੀ ਐਵੇਂ ਮਹਿਸੂਸ ਕਰਦੀ ਹਾਂ ਕਿ ਉਹਨਾਂ ਨੂੰ ਫੋਨ ਕਰਾਂ ਫਿਰ ਸੋਚਦੀ ਹਾਂ ਕਿੱਥੇ ਫੋਨ ਕਰਾਂ ਪਾਣੀ ਪੀਓਗੇ I'll be okay ਮੈਨੂੰ ਅੱਜ ਵੀ ਐਵੇਂ ਲੱਗਦਾ ਹੈ ਜਿੱਦਾਂ ਤੁਸੀਂ ਕਿਹਾ ਨਾ 47 ਸਾਲ ਮੈਨੂੰ ਉਹ 47 ਸਾਲ ਦੀਆਂ ਸਾਰੀ ਇੱਕ ਇੱਕ ਗੱਲ ਯਾਦ ਹੈ ਹਰ ਵਿਧਾ ਦੇ ਵਿੱਚ ਤੁਹਾਡੇ ਕੋਲੇ ਮਹਾਰਤ ਹੈ गुरबाणी का रस तुहाडे कोल है क्लासिकल है सूफियाना है इन्हीं की कृपा के सजे हम हैं नहीं तो मुझसे गरीब करोड़ परे ये ओदी बख्शिश होती है तुहाडी अखां कई बार बंद होंदियां चेहरे ते कई बार मुस्कुराहट होंदी है उदों ऐ लगदा है कि सरस्वती दा सीधा मिलाप हो गया जिस पर नूर ये बड़े गूढ़े सवाल पूछ रहे हो तुसी मैनू किहड़ा इहो जिहा गाना जिंदा अवार्ड मिलना चाहिए सी बहुत सारे उन्हां गाणियां दा कदी जिक्र भी नहीं होया ਤੁਸੀਂ ਵੈਸਟਰਨ ਮਿਊਜ਼ਿਕ ਵੱਲ ਵੀ ਗਏ ਇਹ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਇਆ ਮੈਂ ਵੈਸਟਰਨ ਐਕਚੁਅਲੀ ਪ੍ਰੋਪਰ ਵੈਸਟਰਨ ਮਿਊਜ਼ਿਕ ਮੈਂ ਬਹੁਤ ਬਚਪਨ ਤੋਂ ਗਾਉਂਦੀ ਰਹੀ ਹਾਂ When I was young I'd listen to the radio waiting for my favorite song ਮੈਂ ਏਦਾਂ ਹੀ ਲਾਲਾ ਲਾਲਾ ਕਰਕੇ ਗਾ ਦੇਣਾ ਜਿੱਥੇ ਗਾਣਾ ਗੋਰਿਆਂ ਨੇ ਖੜ ਜਾਣਾ ਗੋਦੀ ਚੱਕ ਲੈਂਦੇ ਸੀ ਗੋਦੀ ਚੱਕ ਲੈਂਦੇ ਸੀ ਪੋਲਿਟਿਕਸ ਚ ਜਾਣ ਦੇ ਇੰਟਰਸਟਡ ਹੋ ਗਏ ਕਿਸੇ ਦਿਨ ਜ਼ਰੂਰ ਪੋਲਿਟਿਕਸ ਵਿੱਚ कदम रखा और मैं आवा और मैं कुछ अच्छे काम करके इस दुनिया तो जावा हो अज रल के गुजारांगे रात के अल्लाह करे दिन न चढ़े वे अल्लाह करे दिन न चढ़े होर की मंगना मैं रब कोलों हो नित खैर मंगा तेरे दम दी बाज सजन लजपाल तेरे हो मैं को जिया केड़े कम दी पल पल माणे सुख वे हजारा हो कड़ी वेखे न कोई अलम दी बदर हमेशा मौला रखे टोला तैते नजर करम दी हो अज रल के गुजारांगे रात के अल्लाह करे दिन न चढ़े वे अल्लाह करे दिन न चढ़े हाँ जी ਅੱਜ ਸਾਰੀ ਰਾਤ ਗੱਲਾਂ ਕਰਨੀਆਂ ਨੇ ਮੈਂ ਹਾਂ ਤੁਹਾਡੀ ਆਪਣੀ ਡਾਕਟਰ ਜਸਪਿੰਦਰ ਨਰੂਲਾ ਤੇ ਅੱਜ ਆਈਆਂ ਜਸ ਟੀਵੀ ਤੇ ਤੁਹਾਡੇ ਨਾਲ ਕੁਝ ਗੱਲਾਂ ਕਰਨ ਲਈ ਸਾਂਝੀਆਂ ਕਰਨ ਲਈ ਕੁਝ ਗੱਲਾਂ ਆਪਣੀਆਂ ਕੇਪੀ ਸਿੰਘ ਜੀ ਦੇ ਨਾਲ ਸ਼ੁਕਰੀਆ ਸ਼ੁਕਰੀਆ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਇਹ ਸਕੂਨ ਭਰੀ ਗਾਇਕੀ ਲਈ ਬਹੁਤ ਧੰਨਵਾਦ ਤੁਹਾਡਾ ਮੇਰੇ ਕੋਲ ਅਲਫਾਜ਼ ਨਹੀਂ ਹੈਗੇ हाँ जिसके सिर ऊपर तो स्वामी सो दुख कैसा पाए बस ये उन्हां दी जड़ी बख्शिश है इन्हीं की कृपा के सजे हम हैं नहीं तो गरीब 100 करोड़ परे ये उसकी कृपा है उसकी बख्शिश है ते उस बख्शिश दे नाल ही उन्हें मैनू ये सब दिता है जो मैं तुहाडे सब नाल साझा कर रही हूँ ਅਸੀਂ ਵੀ ਨਹੀਂ ਚਾਹੁੰਦੇ ਦਿਨ ਚੜੇ जी ਤੁਹਾਡੇ ਬਾਰੇ ਕਿੱਥੋਂ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਤੁਸੀਂ ਬਚਪਨ ਦੇ ਵਿੱਚ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ ਜੀ ਮੈਂ ਤੁਹਾਡੀ ਉਮਰ ਦੀ ਗੱਲ ਨਹੀਂ ਕਰੂੰਗਾ ਜੀ ਪਰ 47 ਸਾਲ ਹੋ ਗਏ ਤੁਹਾਨੂੰ ਗਾਇਕੀ ਕਰਦੇ ਜੀ ਤੁਹਾਨੂੰ ਯਾਦ ਹੈ 47 ਸਾਲ ਕਿਵੇਂ ਬੀਤੇ ਮੈਂ ਕੱਲ ਪਰਸੋਂ ਹੀ ਗੱਲ ਕਰ ਰਹੀ ਸੀ ਕਿ ਪਤਾ ਹੀ ਨਹੀਂ ਚੱਲਿਆ ਕਿ ਕਦ ਜਸਪਿੰਦਰ ਬੇਬੀ ਜਸਪਿੰਦਰ ਤੋਂ ਅੱਜ ਦੀ ਜਸਪਿੰਦਰ ਜਿਹੜੀ ਹੈ ਕਿ ਉਹ ਹੁਣ ਮੈਨੂੰ ਪੰਜਾਬ ਵਿੱਚ ਬੱਚੇ ਮਿਲਦੇ ਆ ਤਾਂ ਮੈਨੂੰ ਮਾਂ ਕਹਿੰਦੇ ਆ ਜਿਸ ਤਰੀਕੇ ਉਹ ਮੈਨੂੰ ਮਿਲਦੇ ਆ ਮੈਨੂੰ ਇੰਨਾ ਮਤਲਬ ਜੋ ਮੈਨੂੰ ਮਹਿਸੂਸ ਹੁੰਦਾ ਹੈ ਉਹਨਾਂ ਦੀ ਵਾਰਮਥ ਦੇ ਨਾਲ ਉਸ ਮੈਨੂੰ ਜਿੱਦਾਂ ਉਹ ਡਿਵਾਈਨ ਮਦਰ ਕਹਿੰਦੇ ਆ ਤਾਂ ਮੈਂ ਇਹ ਸੋਚਦੀ ਹਾਂ ਕਿ ਮੈਂ ਇੱਕ ਮਾਂ ਬਣ ਗਈ ਇੱਕ ਬੇਬੀ ਤੋਂ ਇੱਕ ਮਾਂ ਬਣ ਗਈ ਔਰ ਇੰਨੇ ਸਾਰੇ ਬੱਚਿਆਂ ਨੂੰ ਮੈਂ ਜਿਹੜਾ ਹੈ ਉਹਨਾਂ ਨੂੰ ਅਨਨੋਇੰਗਲੀ ਕਹਿ ਲਓ
ਕਿ ਆਪਣੇ ਗਾਣਿਆਂ ਤੋਂ ਉਹਨਾਂ ਨੂੰ ਕੁਝ ਸਿਖਾਇਆ ਹੈ, ਜੋ ਉਹਨਾਂ ਨੇ ਜੋ ਕਹਿੰਦੇ ਨੇ ਕਿ ਉਹਨਾਂ ਨੇ ਮੈਨੂੰ ਸੁਣ ਕੇ ਸਿੱਖਿਆ ਹੈ। ਸੋ ਇਹ ਜਰਨੀ ਜਿਹੜੀ ਸੀਗੀ, ਇਹ ਸੀ ਤਾਂ ਇੱਕ 47 ਸਾਲ ਦੀ ਜਰਨੀ, ਬਟ ਉਹ ਕਦ ਪੂਰੀ ਹੋ ਗਈ, ਕਦ 47 ਸਾਲ ਬੀਤ ਗਏ, ਉਹ ਸੱਚੀ ਪਤਾ ਨਹੀਂ ਚੱਲਿਆ। ਡਾਕਟਰ ਜਸਵਿੰਦਰ ਨਰੂਲਾ ਜੀ। ਸਭ ਤੋਂ ਜ਼ਿਆਦਾ ਭਾਵੁਕ ਕਦੋਂ ਹੁੰਦੇ ਹੋ ਕੇਸਰ ਸਿੰਘ ਨਰੂਲਾ ਨੂੰ ਯਾਦ ਕਰਕੇ? ਉਹਨਾਂ ਦੀ ਗੱਲ ਕਰੋਗੇ ਤੇ ਫਿਰ ਮੈਂ ਹੁਣ ਫਿਰ ਭਾਵੁਕ ਹੋ ਜਾਵਾਂਗੀ। ਉਹਨਾਂ ਦੀ ਗੱਲ ਕਰਨੀ ਬਣਦੀ ਹੈ। ਉਹਨਾਂ ਦੀ ਗੱਲ ਤਾਂ ਕਰਨੀ ਬਣਦੀ ਹੈ, ਪਰ ਮੇਰੀ ਤਾਂ ਕੋਈ ਸੈਕਿੰਡ ਐਸਾ ਨਹੀਂ ਹੈ ਕਿ ਜੇ ਮੈਂ ਉਹਨਾਂ ਨੂੰ ਯਾਦ ਨਾ ਕਰਾਂ। ਹੁਣ ਵੀ ਤੁਸੀਂ ਭਾਵੁਕ ਹੋ ਗਏ? ਮੇਰੇ ਪਿਤਾ, ਮੇਰੇ ਪਹਿਲੇ ਗੁਰੂ, ਮੇਰੇ ਇੱਕ ਦੋਸਤ, ਪਿਤਾ ਦੋਸਤ ਵੀ ਹੋ ਸਕਦਾ ਹੈ, ਕਿਉਂਕਿ ਮੇਰੇ ਪਿਤਾ ਨੂੰ ਮੈਂ ਹਰ ਚੀਜ਼ ਦੱਸਦੀ ਸੀ, ਹਰ ਚੀਜ਼। ਮੈਂ ਆਪਣੀ ਮਾਂ ਨਾਲ ਸ਼ੇਅਰ ਨਹੀਂ ਸੀ ਕਰਦੀ, ਮੈਂ ਆਪਣੇ ਪਿਤਾ ਨਾਲ ਸ਼ੇਅਰ ਕਰਦੀ ਸੀ। ਮੇਰੀ ਜ਼ਿੰਦਗੀ ਦੀਆਂ ਛੋਟੀ ਤੋਂ ਛੋਟੀ ਗੱਲ, ਵੱਡੀ ਤੋਂ ਵੱਡੀ ਗੱਲ, ਮੈਂ ਸਾਰੀ ਗੱਲਾਂ ਆਪਣੇ ਪਿਤਾ ਨਾਲ ਸ਼ੇਅਰ ਕਰਦੀ ਸੀ। ਸੋ ਜਿਹੜੀ ਮੇਰੀ ਬੌਂਡਿੰਗ ਸੀ, ਉਹ ਮੇਰੇ ਪਿਤਾ ਸੀ, ਮੇਰੇ ਮਾਂ ਸੀ, ਉਹ ਮੇਰੇ ਦੋਸਤ ਸੀ, ਉਹ ਮੇਰੇ ਭਰਾ ਸੀ, ਉਹ ਮੇਰੇ ਗੁਰੂ ਸੀਗੇ, ਉਹ ਮੇਰੇ ਮਾਰਗਦਰਸ਼ਕ ਸੀਗੇ। ਉਹਨਾਂ ਨੇ ਹੀ ਮੈਨੂੰ ਗੁਰਬਾਣੀ ਦੀ ਸਿਖਲਾਈ, ਕਿਸ ਤਰ੍ਹਾਂ ਬਹਿਣਾ ਹੈ, ਐਟੀਕੇਟਸ, ਮੈਨਰਿਜ਼ਮ, ਡੈਡੀ ਤੋਂ ਬਹੁਤ ਕੁਝ ਸਿੱਖਿਆ। ਡੈਡੀ ਸੱਚ ਪੁੱਛੋ ਤੇ ਸੰਤ ਸੀਗੇ, ਔਰ ਉਹ ਇੰਨੇ ਨਿਮਾਣੇ ਇਨਸਾਨ ਸੀਗੇ, ਇੰਨੇ ਮਹਾਨ ਸ਼ਖਸੀਅਤ, ਜਿਨ੍ਹਾਂ ਨੇ ਕਦੀ ਆਪਣੇ ਵਾਸਤੇ ਨਹੀਂ ਕੀਤਾ। ਉਹ ਹਮੇਸ਼ਾ ਦੂਜਿਆਂ ਲਈ ਕਰਦੇ ਰਹੇ, ਔਰ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਮੈਂ ਤਾਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਤੁਸੀਂ ਚੁੱਪ ਕਰ ਜਾਓ, ਕਿਉਂਕਿ ਇਹ ਵਹਿਣ ਆ ਜਿਹੜਾ ਉਹ ਤੁਹਾਡੇ ਅੰਦਰੋਂ ਜਿਹੜਾ ਆ ਰਿਹਾ, ਮੈਂ ਉਹਨੂੰ ਰੋਕਣਾ ਨਹੀਂ ਚਾਹੁੰਦਾ। 1 ਸਾਲ ਹੋ ਗਿਆ ਉਹਨਾਂ ਨੂੰ ਗਏ ਹੋਏ, ਔਰ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਸਵੇਰੇ ਉੱਠਦੀ ਹਾਂ ਤਦ ਵੀ ਕਦੀ ਕਦੀ ਐਵੇਂ ਮਹਿਸੂਸ ਕਰਦੀ ਹਾਂ ਕਿ ਉਹਨਾਂ ਨੂੰ ਫੋਨ ਕਰਾਂ। ਫਿਰ ਸੋਚਦੀ ਹਾਂ ਕਿੱਥੇ ਫੋਨ ਕਰਾਂ। ਪਾਣੀ ਪੀਓਗੇ? I'll be okay। ਇਹ ਤਾਂ ਹੁਣ ਨਾਲ ਹੀ ਜਾਏਗੀ, ਕਿਉਂਕਿ ਇਹ ਜਦ ਤੱਕ ਮੈਂ ਜ਼ਿੰਦਾ ਤਦ ਤੱਕ ਆਪਣੇ ਪਿਤਾ ਨੂੰ, ਤੇ ਵੈਸੇ ਵੀ ਪਿਤਾ ਤੇ ਸਾਰਿਆਂ ਦੀ ਬੌਂਡਿੰਗ ਹੁੰਦੀ ਹੈ, ਪਰ ਜਿੰਨੀ ਬੌਂਡਿੰਗ ਬਾਰੇ ਮੈਨੂੰ ਪਤਾ ਤੁਹਾਡੇ ਪਿਤਾ ਨਾਲ ਸੀ ਜੀ, ਉਹ ਲਾਮਿਸਾਲ ਹੈ ਜੀ। ਡੈਡੀ ਨੇ ਪਹਿਲੇ ਦਿਨ ਤੋਂ ਹੀ, ਜਿਸ ਦਿਨ ਮੈਨੂੰ ਇਹ ਲੱਗਿਆ ਕਿ ਮੈਂ ਗਾ ਸਕਦੀ ਹਾਂ, ਮੈਨੂੰ ਨਹੀਂ ਲੱਗਿਆ, ਉਹਨਾਂ ਨੂੰ ਲੱਗਿਆ ਕਿ ਇਹ ਗਾ ਸਕਦੀ ਹੈ। ਉਸ ਦਿਨ ਉਹਨਾਂ ਦੇ ਅਲਫਾਜ਼ ਬੜੇ, ਮੈਨੂੰ ਅੱਜ ਵੀ ਐਵੇਂ ਲੱਗਦਾ ਹੈ ਜਿੱਦਾਂ ਤੁਸੀਂ ਕਿਹਾ ਨਾ 47 ਸਾਲ, ਮੈਨੂੰ ਉਹ 47 ਸਾਲ ਦੀਆਂ ਸਾਰੀ ਇੱਕ ਗੱਲ ਆਪਣੇ ਪਿਤਾ ਦੀ ਯਾਦ ਹੈ। ਪਹਿਲੇ ਦਿਨ ਉਹਨਾਂ ਨੇ ਕੀ ਕਿਹਾ, ਜਦੋਂ ਉਹਨਾਂ ਨੇ ਮੈਨੂੰ ਸੁਣਿਆ, ਔਰ ਉਹਨਾਂ ਦੇ ਕੀ ਅਲਫਾਜ਼ ਸੀਗੇ, ਮੈਨੂੰ ਉਹ ਵੀ ਯਾਦ ਨੇ, ਮੇਰੇ ਕੰਨਾਂ 'ਚ ਗੂੰਜਦੇ ਨੇ। ਔਰ ਉਹਨਾਂ ਦੀ ਇੰਨੀਆਂ ਅੱਛੀਆਂ, ਉਹਨਾਂ ਦੀਆਂ ਕੀ ਕਹਾਂ, ਕੀ ਸਿਫਤ ਕਰਾਂ। ਮੇਰੇ ਪਿਓ ਦੇ ਵਿੱਚ ਇੰਨੀਆਂ ਸਿਫਤਾਂ ਸੀ, ਇੰਨੀਆਂ ਚੀਜ਼ਾਂ ਸੀ ਉਹਨਾਂ ਵਿੱਚ। ਜਿਹੜਾ ਉਹ ਦੌਰ ਸੀਗਾ, ਮੈਂ ਉਸ ਦੌਰ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਜੀ। ਉਹ ਦੌਰ ਦੇ ਵਿੱਚ ਕੁੜੀਆਂ ਨੂੰ ਘਰੋਂ ਨਹੀਂ ਬਾਹਰ ਨਿਕਲਣ ਦਿੱਤਾ ਜਾਂਦਾ ਸੀ ਜੀ। ਗਾਇਕੀ ਤਾਂ ਬਹੁਤ ਦੂਰ ਦੀ ਗੱਲ ਹੈ, ਮੰਚ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ ਜੀ। ਤੇ ਉਦੋਂ ਤੁਹਾਡੇ ਫਾਦਰ ਨੇ, ਤੁਹਾਡੀ ਮਦਰ ਨੇ ਕੀ ਭੂਮਿਕਾ ਅਦਾ ਕੀਤੀ ਸੀ, ਉਹ ਅੱਜ ਦੱਸ ਸਕਦੇ ਹੋ? ਕਿਉਂਕਿ ਅੱਜ ਦੀਆਂ ਕੁੜੀਆਂ ਵੀ ਇਹੀ ਸੋਚਦੀਆਂ ਪਈਆਂ, ਜਸਵਿੰਦਰ ਨਰੂਲਾ ਦਾ ਕਰੀਅਰ 47 ਸਾਲ ਹੋ ਗਏ, ਪਤਾ ਵੀ ਨਹੀਂ ਲੱਗਦਾ ਪਿਆ। ਜੀ। ਮੇਰੇ ਪਿਤਾ, ਮੈਂ ਤੁਹਾਨੂੰ ਦੱਸਿਆ ਨਾ, ਬਹੁਤ ਸੰਤ ਸੀਗੇ, ਔਰ ਉਹਨਾਂ ਨੇ ਆਪਣੇ ਬੱਚੇ, ਬੜੀ ਮੁਸ਼ਕਿਲ ਨਾਲ ਬੱਚੇ ਪਾਏ ਉਹਨਾਂ ਨੇ। ਉਹਨਾਂ ਦੇ ਵਿਆਹ ਜਿਹੜੇ ਹੋਏ, ਫਸਟ ਮਦਰ ਸਾਡੇ ਜਿਹੜੇ ਸੀਗੇ, ਉਹਨਾਂ ਨੂੰ ਵੀ ਅਸੀਂ ਪਿਛਲੇ ਸਾਲ ਲੂਜ਼ ਕਰ ਗਏ, ਉਹ ਵੀ ਚਲੇ ਗਏ। ਉਹ ਪਹਿਲੇ ਗਏ ਤੇ 5 ਮਹੀਨਿਆਂ ਬਾਅਦ ਪਿਤਾ ਹੀ ਚਲੇ ਗਏ। ਉਹ ਸਾਡੀ ਮਾਂ ਜਿਹੜੀ ਸੀਗੀ, ਉਹਨੇ ਜਨਮ ਨਹੀਂ ਸੀ ਦਿੱਤਾ, ਪਰ ਉਹਨਾਂ ਨੇ ਸਾਡੀ ਪਰਵਰਿਸ਼ ਕੀਤੀ। ਉਹਨਾਂ ਦੇ ਖਿਆਲਾਤ ਬਿਲਕੁਲ ਅਲੱਗ ਸੀਗੇ, ਉਹ ਬਹੁਤ ਗੁਰੂ ਘਰ ਨਾਲ ਜੁੜੇ ਹੋਏ ਸੀਗੇ, ਔਰ ਉਹਨਾਂ ਨੇ ਸਾਨੂੰ ਘਰ ਬਹੁਤ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਸੀ। ਉਸ ਤੋਂ ਬਾਅਦ
ਆਫ ਕੋਰਸ ਡੈਡੀ ਤੋਂ ਤੇ ਗੁਰਬਾਣੀ ਦਾ ਮੈਨੂੰ ਗਿਆਨ ਸਾਰਾ ਉਹਨਾਂ ਤੋਂ ਹੀ ਮੈਨੂੰ ਆਇਆ। ਔਰ ਉਹਨਾਂ ਨੇ ਬਸ ਇਹੋ ਕਹਿਣਾ ਕਿ ਬੇਟਾ ਜਿਹੜਾ ਹੈ ਉਹ ਆਪਣੀ ਅਣਖ ਜਿਹੜੀ ਹੈ ਉਹ ਹਮੇਸ਼ਾ ਬਰਕਰਾਰ ਰੱਖਣੀ ਹੈ ਔਰ ਝੁਕਣਾ ਨਹੀਂ ਕਿਸੇ ਗਲਤ ਚੀਜ਼ ਦੇ ਵਾਸਤੇ ਕੁਛ ਵੀ, ਮਤਲਬ ਸ਼ਾਰਟਕਟ ਉਹਨਾਂ ਨੇ ਨਹੀਂ ਸਿਖਾਇਆ। ਮੇਰੇ ਨਾਲ ਜਾਂਦੇ ਸੀ, ਪ੍ਰੋਟੈਕਟਿਵ ਸੀਗੇ ਉਹ, ਇਸ ਕਰਕੇ ਪ੍ਰੋਟੈਕਟਿਵ ਸੀਗੇ ਕਿ ਉਹ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ। ਸ਼ਾਇਦ ਉਹ ਛੋਟੀ ਸਿਸਟਰ ਨਾਲ ਵੀ ਜਾਂਦੇ, ਮਤਲਬ ਉਹ ਉਹਨਾਂ ਦੇ ਨਾਲ ਵੀ ਜਾਂਦੇ ਸੀ, ਐ ਨਹੀਂ ਕਿ ਮੇਰੇ ਨਾਲ ਹੀ ਜਾਂਦੇ ਸੀ, ਬਟ ਕਿਉਂਕਿ ਮੇਰੇ ਨਾਲ ਤੇ ਕਿਉਂਕਿ ਮੈਂ ਐਸੀ ਲਾਈਨ ਵਿੱਚ ਸੀਗੀ ਔਰ ਇਸ ਲਾਈਨ ਦਾ ਨਾਮ ਤੁਹਾਨੂੰ ਪਤਾ ਹੈ ਬਹੁਤ ਕਿਸ ਤਰ੍ਹਾਂ ਲੋਕੀ ਸਮਝਦੇ ਸੀ ਇਸ ਲਾਈਨ ਨੂੰ। ਔਰ ਮੇਰੀ ਮਦਰ ਨੇ ਜਦ ਸ਼ੁਰੂ ਕੀਤਾ, ਉਹਨਾਂ ਦੀ ਵੀ ਫੈਮਿਲੀ ਨਹੀਂ ਸੀ ਅਲਾਓ ਕਰਦੀ ਉਹਨਾਂ ਨੂੰ ਕਿ ਜਾਣ, ਉਹ ਵੀ ਗਾਣੇ ਵਿੱਚ ਬਹੁਤ ਭਿੱਜੇ ਹੋਏ ਸੀ ਮੋਹਿਨੀ ਜੀ, ਤਾਂ ਇਸ ਕਰਕੇ ਉਹਨਾਂ ਨੂੰ ਵੀ ਬੜੀ ਮੁਸ਼ਕਿਲ ਨਾਲ ਇਸ ਲਾਈਨ ਦਾ ਰਸਤਾ ਮਿਲਿਆ ਔਰ ਉਹ ਮੇਰੇ ਪਿਤਾ ਨਾਲ ਜੁੜ ਗਏ, ਉਹਨਾਂ ਨਾਲ ਵਿਆਹ ਹੋ ਗਿਆ ਤਾਂ ਉਹ ਉਹਨਾਂ ਵਾਸਤੇ ਸਹੀ ਹੋ ਗਿਆ, ਆਸਾਨ ਹੋ ਗਿਆ ਕਿ ਹੁਣ ਮੀਆਂ ਬੀਬੀ ਦੋਨੋਂ ਗਾਣੇ ਵਿੱਚ ਹੀ ਸੀਗੇ। ਉਹਨਾਂ ਨੇ ਆਪਣਾ ਪੂਰਾ ਟਾਈਮ ਉਹਦੇ ਵਿੱਚ ਬਤੀਤ ਕੀਤਾ, ਉਹਨਾਂ ਨੂੰ ਸਹੀ ਪਾਰਟਨਰ ਮਿਲ ਗਿਆ। ਮੇਰੇ ਵਾਸਤੇ ਐ ਸੀ ਕਿ ਮੇਰੇ ਮਾਤਾ ਪਿਤਾ ਦੋਨੋਂ ਬਹੁਤ ਪ੍ਰੋਟੈਕਟਿਵ ਸੀਗੇ। ਮੇਰੀ ਮਦਰ ਬਹੁਤ ਸਟ੍ਰਿਕਟ ਸੀਗੇ ਮੇਰੇ ਨਾਲ, ਉਹ ਮੇਰੇ ਖਾਣੇ ਪੀਣੇ ਦਾ, ਮੇਰੀ ਸਟੱਡੀਜ਼ ਦਾ, ਮੇਰੇ ਐਜੂਕੇਸ਼ਨ ਦਾ ਬੜਾ ਉਹਨਾਂ ਨੂੰ ਹੁੰਦਾ ਸੀ ਕਿ ਹੋਮਵਰਕ ਪੂਰਾ ਕਰਾਂ। ਮੈਂ ਅਗਰ ਰਾਤੀ ਜਿੰਨੇ ਵਜੇ ਮਰਜ਼ੀ ਸੋਵਾਂ, ਸਵੇਰੇ ਉੱਠ ਕੇ ਸਕੂਲ ਜਾਣਾ, ਔਰ ਮੈਂ ਆਪ ਵੀ ਬੜੀ ਡਿਸਿਪਲਿਨਡ ਰਹੀ ਹਾਂ। ਕਿੰਨੇ ਘੰਟੇ ਰਿਆਜ਼ ਕਰਦੇ ਰਹੇ? ਉਹ ਤਾਂ ਕੋਈ ਐਂਡਲੈਸ ਸੀ, ਰਿਆਜ਼ ਦਾ ਤਾਂ ਕੋਈ ਵਕਤ ਹੀ ਨਹੀਂ ਸੀ, ਮਤਲਬ ਕਦ ਸ਼ੁਰੂ ਹੁੰਦਾ ਕਦ ਖਤਮ ਹੁੰਦਾ ਮੈਨੂੰ ਨਹੀਂ ਐਵੇਂ ਯਾਦ ਹੈਗਾ ਮੈਂ ਤੁਹਾਨੂੰ ਦੱਸਾਂ, ਬਟ ਇਹ ਵੀ ਕਿ ਹਾਂ ਜਿਹੜੇ ਟਾਈਮ ਸਕੂਲ ਹੁੰਦੀ ਸੀ ਬਸ ਉਹ ਟਾਈਮ ਹੁੰਦਾ ਸੀ ਪੜ੍ਹਾਈ ਦਾ। ਜਿੱਦਾਂ ਹੀ ਘਰ ਆਉਂਦੀ ਸੀ ਉਸ ਤੋਂ ਬਾਅਦ ਕੋਈ ਹੋਰ ਕੰਮ ਨਹੀਂ, ਆਉਂਦੇ ਹੀ ਮੈਂ ਆਪਣਾ ਵੈਸਟਰਨ ਮਿਊਜ਼ਿਕ, ਮੈਨੂੰ ਬਹੁਤ ਸ਼ੌਕ ਸੀਗਾ ਉਹ ਬਚਪਨ ਦਾ, ਉਹ ਕਿਸੇ ਨੇ ਨਹੀਂ ਮੈਨੂੰ ਦੱਸਿਆ। ਮੈਂ ਇੱਕ ਛੋਟਾ ਜਿਹਾ ਵਕਫਾ ਲੈ ਲਵਾਂ? ਬਿਲਕੁਲ ਬਿਲਕੁਲ, ਇੱਕ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਹੇ ਹਾਂ। ਡਾਕਟਰ ਜਸਪਿੰਦਰ ਨਰੂਲਾ ਨਾਲ ਬਹੁਤ ਗੱਲਾਂ ਕਰਨੀਆਂ, ਪਰ ਗੱਲਾਂ ਕਰਨ ਲਈ ਵਕਤ ਕਿੰਨਾ ਹੈਗਾ, ਤੁਸੀਂ ਧਿਆਨ ਨਾਲ ਸੁਣਦੇ ਰਹੋ। ਡਾਕਟਰ ਜਸਪਿੰਦਰ ਨਰੂਲਾ ਨੇ ਅੱਜ ਉਹ ਗੱਲਾਂ ਦੱਸਣੀਆਂ ਜਿਹੜੀਆਂ ਸ਼ਾਇਦ ਇਸ ਤੋਂ ਪਹਿਲਾਂ ਉਹਨਾਂ ਨੇ ਸਾਂਝੀਆਂ ਨਹੀਂ ਕੀਤੀਆਂ। ਵਾਪਸ ਆ ਰਹੇ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਡਾਕਟਰ ਜਸਪਿੰਦਰ ਨਰੂਲਾ ਸਾਡੇ ਨਾਲ ਨੇ। ਜਸਪਿੰਦਰ ਨਰੂਲਾ ਨਹੀਂ, ਮੈਂ ਇਹਨਾਂ ਨੂੰ ਨਿਰਾਲੀ ਗਾਇਕਾ ਕਹਿੰਦਾ, ਇਹ ਬੜੇ ਨਿਰਾਲੀ ਗਾਇਕਾ। ਹੁਣ ਥੋੜਾ ਜਿਹਾ ਅਸੀਂ ਵਕਫੇ ਤੋਂ ਬਾਅਦ ਆਏ ਹਾਂ, ਥੋੜਾ ਜਿਹਾ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਹਾਂਜੀ ਹਾਂਜੀ। ਡਾਕਟਰ ਨਰੂਲਾ, ਬਹੁਤ ਘੱਟ ਹੈ ਕਿ ਗਾਇਕੀ ਦੇ ਖੇਤਰ ਵਿੱਚ ਕਿਸੇ ਨੇ ਇੰਨੀ ਪੜ੍ਹਾਈ ਕੀਤੀ ਹੋਵੇ ਜਿੰਨੀ ਤੁਹਾਡੀ ਹੈ। ਤਾਲੀਮ ਤੁਹਾਡੇ ਇਸ ਖੇਤਰ ਵਿੱਚ ਤਾਂ ਹੈਗੀ, ਇਸ ਤੋਂ ਇਲਾਵਾ ਜਿਹੜੀ ਗਾਇਕੀ ਦੇ ਖੇਤਰ ਵਿੱਚ ਤੁਹਾਡੀ ਤਾਲੀਮ ਹੈ ਉਹ ਬਹੁਤ ਜ਼ਬਰਦਸਤ ਹੈ। ਕਿਹੜੇ ਘਰਾਣੇ ਨਾਲ ਜੁੜੇ ਰਹੇ ਹੋ ਤੁਸੀਂ? ਮੈਂ ਵੈਸੇ ਤਾਂ ਦਿੱਲੀ ਯੂਨੀਵਰਸਿਟੀ ਤੋਂ PhD ਕੀਤੀ ਸੀ ਔਰ ਪਹਿਲੇ ਜੈਪੁਰ ਘਰਾਣਾ, ਮੇਰੇ ਜਿਹੜੇ ਗੁਰੂ ਜੀ ਸੀਗੇ ਜਿਨ੍ਹਾਂ ਕੋਲ ਮੈਂ ਥੋੜ੍ਹੀ ਦੇਰ ਗਈ ਹਾਂ, ਮੇਰੇ ਪਿਤਾ ਜੀ ਮੈਨੂੰ ਲੈ ਕੇ ਜਾਂਦੇ ਸੀ ਜਦ ਮੈਂ ਛੋਟੀ ਸੀਗੀ, ਪੰਡਿਤ ਸੀਤਾਰਾਮ ਸ਼ਰਮਾ ਜੀ, ਉਹਨਾਂ ਨੇ ਥੋੜ੍ਹਾ ਬਹੁਤ ਜਿਹੜਾ ਵੀ ਦੱਸਿਆ ਉਹ ਜੈਪੁਰ ਘਰਾਣਾ ਸੀਗਾ। ਔਰ ਉਹਨਾਂ ਕੋਲ ਜ਼ਿਆਦਾ ਐਕਚੁਅਲੀ ਮੈਂ ਤਾਲੀਮ ਲਈ, ਮਤਲਬ ਉਹ ਜ਼ਿਆਦਾ ਮੈਨੂੰ ਗਜ਼ਲਾਂ ਸਿਖਾਉਂਦੇ ਸੀਗੇ, ਕਦੀ ਭਜਨ ਸਿਖਾਉਂਦੇ ਸੀਗੇ, ਚਲੋ आज ये मूड है आज ये करते हैं, ਤਾਂ ਲੇਕਿਨ ਉਹ ਜੈਪੁਰ ਘਰਾਣਾ ਨੂੰ ਬਿਲੋਂਗ ਕਰਦੇ ਸੀ। ਫਿਰ ਉਸ ਤੋਂ ਬਾਅਦ ਮੈਂ ਦਲੀਪ ਚੰਦ ਬੇਦੀ ਜੀ ਦੀ ਵੀ ਸ਼ਾਗਿਰਦ ਹੋਈ ਸੀ, ਬਟ ਉਸ ਵੇਲੇ ਪੰਡਿਤ ਜੀ ਬਹੁਤ ਵਿਰਧ ਹੋ ਗਏ ਸੀਗੇ। ਸੋ ਮੈਂ ਇੰਨੀ ਛੋਟੀ ਸੀ ਕਿ ਮੇਰੇ ਵਿੱਚ ਉਤਨੀ ਪੇਸ਼ੈਂਸ ਨਹੀਂ ਸੀ, ਅਤੇ ਮੈਂ ਉਹਨਾਂ ਦੇ ਜਦ ਵੀ ਗਈ 2-3 ਵਾਰੀ ਗਈ, ਅਤੇ ਉਹਨਾਂ ਦੀ ਵਾਈਫ ਨੇ ਮੈਨੂੰ ਕੁਝ ਸਿਖਾਉਣਾ ਸ਼ੁਰੂ ਕੀਤਾ ਸੀ ਜੋ ਮੈਨੂੰ ਯਾਦ ਵੀ ਨਹੀਂ ਹੈ। ਬਹੁਤ ਛੋਟੀ ਸੀ ਉਮਰ, 8 ਸਾਲ ਦੀ ਉਮਰ ਹੋਣੀ ਹੈ। ਫਿਰ ਉਹ ਵੀ ਫਿਰ ਮੈਂ ਉੱਥੋਂ ਵੀ ਮੈਂ ਨਹੀਂ ਜਾ ਸਕੀ ਜ਼ਿਆਦਾ, ਕਿਉਂਕਿ ਇੱਕ ਤਾਂ ਉਹ ਥੋੜ੍ਹਾ ਜਿਹਾ ਦੂਰ ਵੀ ਪੈਂਦਾ ਸੀ, ਉਹ ਡੈਡੀ ਇੰਨੇ ਬਿਜ਼ੀ ਸੀਗੇ। ਦੂਜੀ ਗੱਲ, ਉਹ ਦਲੀਪ ਚੰਦ ਬੇਦੀ ਜੀ ਨਹੀਂ ਸੀ ਸਿਖਾ ਰਹੇ, ਉਹਨਾਂ ਦੀ ਮਿਸਿਸ ਸਿਖਾ ਰਹੇ ਸੀ। ਫਿਰ ਉਹ ਸ਼ਾਇਦ ਉਸ ਕਰਕੇ ਡੈਡੀ ਫਿਰ ਉੱਥੋਂ ਮੈਨੂੰ ਨਹੀਂ ਲੈ ਕੇ ਗਏ। ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਜਦ ਆਈ, ਦਿੱਲੀ ਯੂਨੀਵਰਸਿਟੀ, ਉੱਥੇ ਫਿਰ ਮੈਂ ਭਾਂਤ ਦੇ ਘਰਾਨਿਆਂ ਵਾਲੇ ਲੋਕਾਂ ਨਾਲ ਜੁੜੀ, ਅਤੇ
ਉੱਥੇ ਸੈਸਵਾਨ ਘਰਾਨਾ, ਰਾਮਪੁਰ ਸੈਸਵਾਨ ਘਰਾਨਾ ਤੋਂ ਜੀ। ਮੇਰੇ ਗੁਰੂ ਜੀ ਸੀਗੇ ਸਾदिक खान साहब, गुलाम सादिक खान साहब। तो उन्होंने फिर डैडी ਨੂੰ किया कि बिटिया को आप मेरे पास लाइए ना, मैं सिखाना चाहता हूँ। फिर उन्होंने भी गए, उन्होंने भी मैं थोड़ा जिहा उन्होंने कोल भी थोड़ा बहुत सिक्ख्या। हुण मसला ऐ सी कि मैं इतनी बिजी सीगी अपने काम विच, अज प्रोग्राम ते अज रिकॉर्डिंग ते अज इत्थे ते अज उत्थे ते पढ़ाई ते मैनू जिन्ना भी मिलदा सी मौका ਉਹ मैं अपने बलबूते ते करदी सी। ਇਹਨਾਂ ਕੁਝ ਮੈਨੇਜ ਕਿਵੇਂ ਕੀਤਾ ਤੁਸੀਂ? बस परमात्मा ने ही कीता मैनेज, मैं की करना है। ਤੁਸੀਂ ਹਰ ਵਿਧਾ ਦੇ ਵਿੱਚ ਤੁਹਾਡੇ ਕੋਲੇ ਮਹਾਰਤ ਹੈ, ਗੁਰਬਾਣੀ ਦਾ ਰਸ ਤੁਹਾਡੇ ਕੋਲ ਹੈ, ਕਲਾਸੀਕਲ ਹੈ, ਸੂਫੀਆਨਾ ਹੈ, ਕਿਹੜਾ ਫੋਕਲੋਰ ਹੈ, ਤੁਸੀਂ ਕਿਹੜਾ ਜਿਹੜੀ ਵਿਧਾ ਉਹ ਛੱਡੀ ਹੈ? ਐਕਚੁਅਲੀ केपी सिंह जी, मैं ਤੁਹਾਨੂੰ ਇੱਕ ਗੱਲ ਕਵਾਂਗੀ, ਮੈਂ ਇਸ ਦਾ ਸ਼੍ਰੇ ਮੈਂ ਲੈਂਦੀ ਨਹੀਂ, क्योंकि मैं पहले भी ਤੁਹਾਨੂੰ गुरबाणी ਦੀ ਤੁਕ ਚੋਂ ਮੈਂ ਕਿਹਾ ਕਿ इन्हीं की कृपा के सजे हम हैं, नहीं तो मुझसो गरीब करोड़ परे। ये ओदी बख्शिश होंदी है, ये ओदी कोई खास कृपा है मेरे ते, कोई पूर्व जन्म का कुछ मेरा हिसाब किताब है कि जिहड़ा मैनू उन्हें इन्ना बख्शिश की कि मैनू इस विद्या बारे शायद मेरे गुरु जी कहते सी कि यह सिक्खी सिखाई आई है, इनू मैं की सिखावां। तुरों ही कहते सी, वो कहते सी। ਉਹ ਇਹਨਾਂ ਨੇ ਇੱਕ ਪੰਡਿਤ ਜੀ ਤਾਂ ਇਹ ਵੀ ਕਹਿੰਦੇ ਸੀ ਡੈਡੀ ਨੂੰ, ਕਹਿੰਦੇ ਇਹ श्रापित अप्सरा है, ये मातलोक पे आई है अपना ऋण पूरा करने के लिए। सो ਅੱਜ ਮੈਂ ਉਸ ਗੱਲ ਨੂੰ ਸਮਝਦੀ ਹਾਂ ਕਿ ਸਾਡੇ ਇਹ ऋण ਹੁੰਦੇ ਨੇ ਜਿਹੜੇ ਅਸੀਂ ਆਉਂਦੇ ਹਾਂ ਚੁਕਾਉਣ ਵਾਸਤੇ, ਔਰ ਜਿਹਦੇ ਨਾਲ ਹੁੰਦੇ ਨੇ ਉਹ ਚੁਕਾਉਣੇ ਪੈਂਦੇ ਨੇ ਸਾਨੂੰ। ਤੁਹਾਨੂੰ ਸੰਗੀਤ ਦਾ ਕੰਪਲੀਟ ਗੁਲਦਸਤਾ ਕਹਿ ਸਕਦੇ ਹਾਂ ਅਸੀਂ? ਤੁਹਾਡੀ ਮਰਜ਼ੀ, ਤੁਸੀਂ ਮੈਨੂੰ ਬਾਗ ਕਹੋ, ਗੁਲਦਸਤਾ ਕਹੋ, ਜੋ ਮਰਜ਼ੀ ਕਹੋ, मैं तो कुछ भी नहीं हाँ, जो है वो परमात्मा है, मेरा मुझ में कुछ नहीं, जो कुछ है सो तेरा। सो मैं तो अपने आप ਨੂੰ ਹਾਲੇ ਵੀ ਸੋਚਦੀ ਹਾਂ, ਹਾਲੇ ਵੀ ਤੁਹਾਨੂੰ ਪਤਾ ਹੈ ਮੈਂ ਹਾਲੇ ਵੀ ਸਿੱਖਦੀ ਹਾਂ, ਹਾਲੇ ਵੀ ਮੈਂ ਸਿਖਾਉਣ ਵਾਲੇ ਪਾਸੇ ਨਹੀਂ ਜਾਂਦੀ, ਮੈਂ ਸਿੱਖਣ ਵਾਲੇ ਪਾਸੇ ਜਾਂਦੀ ਹਾਂ। ਮੈਨੂੰ ਬਹੁਤ ਵਾਰੀ ਕਿਹਾ ਗਿਆ ਅਕੈਡਮੀ ਖੋਲ ਲਓ। ਹਾਂਜੀ, ਹੁਣ ਦੇਖੋ ਹੁਣ ਅਕੈਡਮੀ ਦਾ ਵੀ ਟਾਈਮ ਆਇਆ, ਚਾਹੁੰਦੀ ਹਾਂ कुछ अच्छा काम किया जाए, कुछ बच्चों नूं सिखाया जाए, कुछ सिर्फ संगीत नहीं अदब सिखाया जाए, जो बहुत ज़रूरी है। अदब कित्थे चला गया? ये सवाल इस करके मैं पूछ रहा क्योंकि तुसी बहुत बार ये गल कह चुके हो, सुकून चला गया, जिहड़े टैक्नीकल गायक बन चुके हैं जिन्हां दे विच रिदम म्यूजिक है, उन्हां दे लिरिक्स समझ नहीं आ रहे, ये क्यों कहने तुसी बार-बार? मैनू इस तरह लगता है कि जिहड़ी एक आत्मा है ना वो मरदी जा रही है, शरीर रह गया सिर्फ। आत्मा जिहड़ी है वो परमात्मा नाल मिलाउंदी है, वो उसी करके है ना, ये उहदे नाल मिली हुई है, उहदे नाल रली हुई है। और जद इस शरीर च आत्मा दा ही विनाश हो गया, अगर आत्मा ही नहीं रह गई तुहाडी, तो तुसी कोई काम नहीं कर सकते। ਤੁਹਾਨੂੰ ਲੱਗਦਾ ਸੰਗੀਤ ਦੀ ਆਤਮਾ ਇਸ ਆਧੁਨਿਕ ਦੌਰ ਵਿੱਚ ਰਹੀ नहीं, कोई लोग तो हैगे ने जिन्हां करके धरती टिकी हुई है, कोई तो हैं ऐसे महापुरुष ऐसे कि इन्ना पाप होने दे बाद, इन्ना करप्शन होने दे बाद भी हले भी ये धरती जिहड़ी है ये खड़ी है, भार सह रही है। देखो कितना वड्डा पैंडैमिक दा सानू मार पई है, ਇਹ सब परमात्मा दी ही कीती हुई है, ये ਉਹਦਾ ही कोई चक्कर चलाया हुआ है, सानू सिखण वास्ते ਉਹਨੇ ਇਹ सब काम कीता। ਇਹ ਹੁਣ सिख जाइए या फिर ਉੱਦਾਂ ਦੇ ਉਹਦੇ ਢੀਠ ਰਹੀਏ, ਤਾਂ ਇਹ ਤਾਂ ਹੁਣ ਸਾਡੇ ਉੱਤੇ ਹੈ। ਡਾਕਟਰ ਨਰੂਲਾ ਨੇ ਇਹਨਾਂ ਮਿਆਰ ਆ ਜਿਹੜਾ ਉਹ ਕਿਵੇਂ ਬਰਕਰਾਰ ਰੱਖਿਆ? ਇਹ ਬੜਾ ਸਧਾਰਨ ਸਵਾਲ ਲੱਗਦਾ, ਤੁਹਾਨੂੰ ਸਧਾਰਨ ਲੱਗੂਗਾ, ਪਰ ਸਾਡੇ ਲਈ ਬਹੁਤ ਵੱਡਾ ਸਵਾਲ ਹੈ। ਮੈਨੂੰ ਪਤਾ ਨਹੀਂ ਮੈਂ ਇਹਦਾ ਕੀ ਆਨਸਰ ਦਿਆਂ। ਮੈਂ ਹਮੇਸ਼ਾ ਆਪਣੇ ਆਪ ਨੂੰ ਕੁਝ ਸਮਝਿਆ ਹੀ ਨਹੀਂ ਹੈ, ਮੈਂ ਤਾਂ ਬਹੁਤ ਹੀ ਛੋਟੀ ਜੀ ਇੱਕ ਥੋੜਾ ਸੁੱਖਾ ਕਰ ਦੇਣਾ। ਜੋ ਤੁਸੀਂ ਗਾਇਕੀ ਦੇ ਵਿੱਚ ਲੀਨ ਹੁੰਦੇ ਹੋ, ਸਾਨੂੰ ਸੁਰਾਂ ਦੀ ਇੰਨੀ ਸਮਝ ਨਹੀਂ ਹੈਗੀ, ਤੁਹਾਡੇ ਕੋਲ ਸੁਰਾਂ ਦੀ ਬਖਸ਼ਿਸ਼ ਹੈ, ਉਦੋਂ ਤੁਹਾਡੀਆਂ ਅੱਖਾਂ ਕਈ ਵਾਰੀ ਬੰਦ ਹੁੰਦੀਆਂ,
ਜੀ ਚਿਹਰੇ ਤੇ ਕਈ ਵਾਰ ਮੁਸਕਰਾਹਟ ਹੁੰਦੀ ਹੈ, ਉਦੋਂ ਐਂ ਲੱਗਦਾ ਕਿ ਸਰਸਵਤੀ ਨਾਲ ਸਿੱਧਾ ਮਿਲਾਪ ਹੋ ਗਿਆ ਜਸਵਿੰਦਰ ਨਰੂਲਾ ਦਾ, ਇਦਾਂ ਹੁੰਦਾ? ਇਹ ਬੜੇ ਗੂੜੇ ਸਵਾਲ ਪੁੱਛ ਰਹੇ ਹੋ ਤੁਸੀਂ ਮੈਨੂੰ, ਜਿਹਦਾ ਆਨਸਰ ਮੈਂ ਪਤਾ ਨਹੀਂ ਮੈਨੂੰ ਦੇਣਾ ਹੈ ਕਿ ਨਹੀਂ ਦੇਣਾ, ਕਿਉਂਕਿ ਉਹ ਮੇਰੀ ਇੱਕ ਅਲੱਗ ਕਹਿੰਦੇ ਨਾ ਉਹ ਕੁਝ ਅਲੱਗ ਰਿਲੇਸ਼ਨ ਹੈ ਜਿਹੜਾ ਮੈਂ ਕਿਸੇ ਨਾਲ ਸਾਂਝਾ ਕਰਦੀ ਨਹੀਂ ਆ, ਕਿਉਂਕਿ ਇਹੋ ਮੇਰੀ ਸ਼ਾਇਦ ਪਾਵਰ ਹੈ ਕਿ ਉਹ ਮੈਨੂੰ ਮੈਂ ਤਾਂ ਜਿਸ ਵੇਲੇ ਗਾ ਵੀ ਰਹੀ ਹੁੰਦੀ ਹਾਂ ਤੁਹਾਨੂੰ ਲੱਗਦਾ ਮੇਰੀ ਅੱਖਾਂ ਬੰਦ ਨੇ, ਮੈਂ ਮੁਸਕਰਾ ਰਹੀ ਹਾਂ, ਉਹ ਮੈਂ ਨਹੀਂ ਹੁੰਦੀ, ਉਹ ਉਹੀ ਹੁੰਦੀ ਹੈ, ਮੈਂ ਨਹੀਂ ਹੁੰਦੀ ਉਸ ਵੇਲੇ, ਲੀਨ ਹੋ ਜਾਂਦੇ। ਬਸ ਮੇਰਾ ਸਰੀਰ ਜਿਹੜਾ ਹੈ ਉਹ ਸਰੀਰ ਜ਼ਰੂਰ ਤੁਸੀਂ ਦੇਖ ਰਹੇ ਹੋ, ਉਹ ਆਤਮਾ ਜਿਹੜੀ ਹੁੰਦੀ ਹੈ ਉਹਦੇ ਨਾਲ ਹੀ ਹੁੰਦੀ ਰਲੀ ਹੋਈ। ਸੋ ਉਹਦਾ ਅਸਰ ਹੁੰਦਾ ਹੈ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਜਦ ਤੁਸੀਂ ਕਹਿੰਦੇ ਹੋ ਕਿ ਗਾਣਾ ਬੜਾ ਅੱਛਾ ਲੱਗਿਆ, ਜਾਂ ਤੁਸੀਂ ਸੁਰਾਂ ਬੜੀਆਂ ਅੱਛੀਆਂ ਲਾਈਆਂ, ਜਾਂ ਤੁਹਾਡਾ ਇੱਥੇ ਤੱਕ ਲੱਗ ਗਿਆ, ਸਾਡੇ ਦਿਲਾਂ ਨੂੰ ਛੂ ਗਿਆ, ਸਾਨੂੰ ਕੋਈ ਹੋਰ ਮਤਲਬ ਜਗ੍ਹਾ ਤੇ ਪਹੁੰਚਾਤਾ, ਤੁਸੀਂ ਸਾਨੂੰ ਕੁਝ ਹੋਰ ਹੀ ਐਕਸਪੀਰੀਅੰਸ ਹੋਇਆ। ਇਹ ਸਭ ਚੀਜ਼ਾਂ ਤਦ ਹੀ ਹੁੰਦੀਆਂ। ਮੈਂ ਤੁਹਾਨੂੰ ਕਿਹਾ ਨਾ, ਸਰੀਰ ਵਿੱਚ ਆਤਮਾ ਹੈ ਔਰ ਆਤਮਾ ਹੀ ਪਰਮਾਤਮਾ ਨਾਲ ਮਿਲਾਉਂਦੀ ਹੈ, ਤੇ ਜੇ ਆਤਮਾ ਹੀ ਤੁਹਾਡੀ ਮਰੀ ਹੋਈ ਹੋਵੇ, ਉਹਦੇ ਵਿੱਚ ਹੀ ਜਾਨ ਨਾ ਹੋਵੇ, ਤਾਂ ਤੁਸੀਂ ਉਹਦੇ ਨਾਲ ਕਿੱਦਾਂ ਮਿਲੋਗੇ? ਉਸ ਨੂੰ ਜ਼ਿੰਦਾ ਰੱਖਣਾ ਬੜਾ ਜ਼ਰੂਰੀ ਹੈ। ਗੁਰਬਾਣੀ ਦਾ ਰਸ ਤੁਹਾਡੇ ਕੋਲੇ ਬਹੁਤ ਹੈ ਜੀ। ਮੈਂ 4 ਸਾਹਿਬਜ਼ਾਦੇ ਦਾ ਜ਼ਿਕਰ ਕਰ ਰਿਹਾ ਜੀ, ਉਹਨਾਂ 'ਚ ਕੁਝ ਸੁਣਾ ਦਿਓ ਤੇ ਉਹਦੇ ਨਾਲ ਹੀ ਵਕਫਾ ਲਵਾਂਗੇ, ਫਿਰ ਵਾਪਸ ਆਵਾਂਗੇ। 4 ਸਾਹਿਬਜ਼ਾਦੇ ਲਈ ਮੈਨੂੰ ਸਿਰ ਟਕਣਾ ਪੈਣਾ, ਮੈਨੂੰ ਉਹ ਤਾਂ ਮੈਂ ਗਾ ਜ਼ਰੂਰ ਸਕਦੀ ਹਾਂ, ਪਰ ਮੈਨੂੰ ਉਹਦੇ ਵਾਸਤੇ ਥੋੜਾ ਜਿਹਾ ਮਰਿਆਦਾ ਦਾ ਉਲੰਘਣ ਨਹੀਂ ਕਰ ਸਕਦੀ ਮੈਂ। ਤੂੰ ਸਾਜ ਮੁੜ ਕੇ ਆਉਣਾ ਨੇ, ਵੇਲਾ ਗਿਆ ਏ ਦਾਦੀ ਤੋਂ ਜੁਦਾਈ ਦਾ, ਤੂੰ ਸਾਜ ਮੁੜ ਕੇ ਆਉਣਾ ਨੇ, ਕੀ ਦਸੀਏ ਕਿਵੇਂ ਕੀ ਹੋਣਾ ਏ, ਤੇਰੇ ਅੱਖੀਆਂ ਨੂੰ ਅਸੀਂ ਰੁਲਾਉਣਾ ਨੇ, ਰੁਲਾਉਣਾ ਨੇ, ਰੁਲਾਉਣਾ ਨਹੀਂ। ਪੁੱਤਰ ਵਿਛੜਿਆ ਤੁਸੀਂ ਵੀ ਚੱਲੇ, ਨਿਰਦਈਆਂ ਦੇ ਹੱਥੀ ਚੜ ਚੱਲੇ, ਮੈਂ ਵੀ ਤੁਹਾਡੇ ਮਗਰੇ ਆਵਾਂ, ਹੁਣ ਤਾਂ ਮੈਂ ਵੀ ਸੱਚਖੰਡ ਜਾਵਾਂ, ਵੇਲਾ ਗਿਆ ਏ ਦਾਦੀ ਤੋਂ ਜੁਦਾਈ ਦਾ, ਤੂੰ ਸਾਜ ਮੁੜ ਕੇ ਆਉਣਾ ਨਹੀਂ, ਤੈਨੂੰ ਦਸੀਏ ਕਿਵੇਂ ਕਿਵੇਂ ਹੋਣਾ ਏ, ਮੈਂ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ, ਰੁਲਾਉਣਾ ਨਹੀਂ, ਰੁਲਾਉਣਾ ਨਹੀਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਜ਼ਿਆਦਾ ਕੁਛ ਅੱਜ ਨਹੀਂ ਬੋਲ ਰਿਹਾ, ਕਿਉਂਕਿ ਅੱਜ ਸੁਰੀਲੀ ਆਵਾਜ਼ ਦੀ ਮਲਿਕਾ, ਜਿਨ੍ਹਾਂ ਕੋਲੇ ਹਰ ਵਿਧਾ ਦਾ ਹੁਨਰ ਹੈ, ਹਰ ਵਿਧਾ ਦੇ ਵਿੱਚ ਉਹਨਾਂ ਦੇ ਕੋਲੇ ਕਲਾ ਹੈ, ਤੇ ਉਹਨਾਂ ਨੂੰ ਅੱਜ ਅਸੀਂ ਸੁਣ ਰਹੇ ਹਾਂ। ਡਾਕਟਰ ਜਸਵਿੰਦਰ ਨਰੂਲਾ, ਮੈਨੂੰ ਸ਼ਾਇਦ ਦਰਸ਼ਕ ਵੀ ਕਹਿੰਦੇ ਹੋਣਗੇ ਬ੍ਰੇਕ ਕਿਉਂ ਲੈ ਰਿਹਾ, ਵਕਫਾ ਕਿਉਂ ਲੈ ਲੈਂਦਾ, ਕਿਉਂਕਿ ਜਦੋਂ ਤੁਹਾਨੂੰ ਸੁਣਨ ਬੈਠਦਾ ਕੋਈ, ਉਦੋਂ ਪਾਸੇ ਨਹੀਂ ਹੋ ਸਕਦਾ। ਇਹ ਜਿਹੜਾ ਸਕੂਨ ਤੁਸੀਂ ਦਿੰਦੇ ਹੋ ਆਪਦੀ ਗਾਇਕੀ ਦੇ ਨਾਲ, ਮੈਂ ਤੁਹਾਡੀਆਂ ਕਿੰਨੀਆਂ ਹੀ ਫਿਲਮਾਂ ਦਾ ਜ਼ਿਕਰ ਕਰ ਸਕਦਾ ਜੀ। ਉਹਦੇ 'ਚ ਤੁਹਾਨੂੰ ਸਭ ਤੋਂ ਖੂਬਸੂਰਤ ਕਿਹੜਾ ਗਾਣਾ ਲੱਗਦਾ? ਜੇ ਸੁਣਾ ਦੋਗੇ ਤਾਂ ਹੋਰ ਚੰਗਾ ਲੱਗੂਗਾ, ਤੇ ਕਿਉਂਕਿ ਪਿਆਰ ਤੋਂ ਹੋਣਾ ਹੀ ਤਾਂ ਉਹਦੇ ਲਈ ਫਿਲਮ ਫੇਅਰ ਅਵਾਰਡ ਵੀ ਤੁਹਾਨੂੰ ਮਿਲਿਆ ਜੀ। ਉਹਦਾ ਜ਼ਿਕਰ ਸਾਰੇ ਕਰਦੇ ਆ ਜੀ, ਪਰ ਜਸਵਿੰਦਰ ਨਰੂਲਾ ਦੇ ਦਿਲ ਦੇ ਨੇੜੇ ਕਿਹੜਾ ਗਾਣਾ?
ਮੈਨੂੰ ਤਾਂ ਜਦ ਵੀ ਕੋਈ ਇਹ ਸਵਾਲ ਪੁੱਛਦਾ ਹੈ ਤਾਂ ਮੈਨੂੰ ਬੜਾ ਮੁਸ਼ਕਿਲ ਹੋ ਜਾਂਦਾ ਹੈ, ਔਖਾ ਹੈ ਇਹਦਾ ਜਵਾਬ ਦੇਣਾ, ਕਿਉਂਕਿ ਤੁਹਾਡੇ 100 ਪੁੱਤਰ ਨੇ ਔਰ ਉਹਨਾਂ ਪੁੱਤਰਾਂ 'ਚੋਂ ਕਿਹਾ ਜਾਏ ਕਿ ਕਿਹੜਾ ਪੁੱਤਰ ਤੁਹਾਨੂੰ ਬਹੁਤ ਪਿਆਰਾ ਹੈ, ਇਹ ਉਸ ਤਰ੍ਹਾਂ ਹੀ ਹੈ ਕਿ ਮੇਰੇ ਵਾਸਤੇ ਮੇਰੇ ਸਾਰੇ ਗੀਤ ਮੇਰੇ ਬੱਚੇ ਨੇ। ਸੋ ਉਹਨਾਂ ਨੂੰ ਮੈਂ ਕ੍ਰੀਏਟ ਕੀਤਾ। ਮਿਊਜ਼ਿਕ ਡਾਇਰੈਕਟਰ ਟਿਊਨ ਦਿੰਦਾ, ਉਸ ਤੋਂ ਬਾਅਦ ਰਾਈਟਰ ਲਿਖ ਕੇ ਉਹਨੂੰ ਦਿੰਦਾ ਤੇ ਉਹ ਟਿਊਨ ਬਣਾਉਂਦਾ। ਉਹ ਟਿਊਨ ਬਣਾਉਣ ਤੋਂ ਬਾਅਦ ਜਦ ਉਹਨੂੰ ਗਾਉਂਦਾ ਹੈ ਗਾਉਣ ਵਾਲਾ, ਉਸ ਨੂੰ ਉਹ ਖਰਾਬ ਵੀ ਕਰ ਸਕਦਾ ਤੇ ਉਹਨੂੰ ਉਹ ਬਿਹਤਰੀਨ ਤੋਂ ਬਿਹਤਰੀਨ ਕਰ ਸਕਦਾ। ਸੋ ਜਦ ਗਾਣਾ ਮੇਰੇ ਕੋਲ ਆ ਜਾਂਦਾ ਤੇ ਮੈਂ ਕਹਿੰਦੀ ਹਾਂ ਨਾਓ ਇਟਸ ਮਾਈ ਬੇਬੀ, ਇਹ ਹੁਣ ਮੇਰਾ ਬੱਚਾ ਹੈ। ਫਿਰ ਮੈਂ ਉਸ ਦੇ ਵਿੱਚ ਜੋ ਵੀ ਪਰਮਾਤਮਾ, ਮੈਂ ਨਹੀਂ, ਜੋ ਪਰਮਾਤਮਾ ਉਸ ਵਿੱਚ ਮੇਰੇ ਤੋਂ ਕ੍ਰੀਏਟ ਕਰਵਾਉਂਦਾ ਹੈ, ਉਹ ਫਿਰ ਉਹ ਹਿਸਟਰੀ ਹੋ ਜਾਂਦਾ ਹੈ। ਤੁਸੀਂ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਇਹ ਸਵਾਲ ਬੜਾ ਮੁਸ਼ਕਲ ਹੈ ਤੁਹਾਡੇ ਲਈ। ਜੀ, ਮੈਂ ਸਵਾਲ ਨੂੰ ਸੌਖਾ ਕਰ ਦਿੰਦਾ। ਤੁਹਾਨੂੰ ਪਿਆਰ ਤੋਂ ਹੋਣਾ ਹੀ ਥਾ, ਉਹਦੇ ਲਈ ਤੁਹਾਨੂੰ ਅਵਾਰਡ ਮਿਲਿਆ ਜੀ। ਕਿਹੜਾ ਇਹੋ ਜਿਹਾ ਗਾਣਾ ਜਿੰਦਾ ਅਵਾਰਡ ਮਿਲਣਾ ਚਾਹੀਦਾ ਸੀਗਾ, ਜਿੰਦਾ ਅੱਜ ਤੱਕ ਰਿਗਰੈਟ ਹੈ? ਬਹੁਤ ਸਾਰੇ ਐਸੇ ਗਾਣੇ ਸੀ ਜਿਨ੍ਹਾਂ ਦੇ ਅਵਾਰਡ ਮਿਲਣੇ ਚਾਹੀਦੇ ਸੀ, ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਗਾਣਿਆਂ ਦਾ ਕਦੀ ਜ਼ਿਕਰ ਵੀ ਨਹੀਂ ਹੋਇਆ। ਔਰ ਐਸੇ ਜ਼ਬਰਦਸਤ ਗਾਣੇ ਜਿਨ੍ਹਾਂ ਦੇ ਸਾਹਮਣੇ, ਜਿਨ੍ਹਾਂ ਗਾਣਿਆਂ ਨੂੰ ਮਿਲਿਆ, ਉਹ ਗਾਣੇ ਕੁਝ ਵੀ ਨਹੀਂ ਸਨ। ਲੇਕਿਨ ਉਹ ਗਾਣੇ ਜਿਹੜੇ ਇੱਦਾਂ ਦੇ ਗਾਣੇ ਸੀ ਜਿਹੜੇ ਮੁਸ਼ਕਿਲ ਔਰ ਲੋਕਾਂ ਨੂੰ, ਮਤਲਬ ਇੱਕ ਸੀ ਫਿਜ਼ਾ ਦਾ ਗਾਣਾ, ਉਹਦਾ ਸੀਗਾ ਨਾ ਲੈ ਕੇ ਜਾਓ मेरे दोस्त का जनाजा है, न लेके जाओ मेरे दोस्त का जनाजा है, न लेके जाओ मेरे दोस्त का जनाजा है। ये फिजा ਦਾ ਗਾਣਾ ਸੀ। क्या बात। और इस गाने वास्ते मैं ਅੱਜ ਤੱਕ ਉਹ ਫਿਲਮ ਨਹੀਂ ਦੇਖੀ ਔਰ ਇਹ ਗੀਤ ਨਹੀਂ ਦੇਖਿਆ, ਲੇਕਿਨ ਮੈਨੂੰ ਬਸ ਉਹ ਚਾਂਸ ਨਹੀਂ ਮਿਲਿਆ। ਉਸ ਵੇਲੇ ਫਿਲਮ ਲੱਗੀ, ਨਹੀਂ ਦੇਖ ਸਕੇ, ਕਦੀ ਸ਼ੋਜ਼ ਤੇ ਬਾਹਰ ਹੁੰਦੇ ਸੀ, ਕਦੀ ਕੁਝ ਹੁੰਦਾ ਸੀ। ਔਰ ਮੈਨੂੰ ਲੋਕਾਂ ਨੇ ਸਿਨੇਮਾ ਹਾਲ ਤੋਂ ਜਿਹੜੇ ਲੋਕ ਦੇਖਣਗੇ, ਮੇਰੇ ਜਾਣਕਾਰ ਜਿਹੜੇ ਸੀਗੇ, ਉਹਨਾਂ ਨੇ ਕਿਹਾ ਇੱਥੇ ਲੋਕੀ ਰੋ ਰਹੇ ਨੇ, ਦੇ ਆਰ ਸੋਬਿੰਗ, ਐਂਡ ਤੁਸੀਂ ਸਾਰਿਆਂ ਨੂੰ ਰਵਾ ਦਿੱਤਾ ਹੈ। ਐਂਡ ਮੈਨੂੰ ਮੈਸੇजेस ਆਉਂਦੇ ਸੀ ਕਿ ਲੌਂਗ ਲਿਵ ਜਸਪਿੰਦਰ, ਲੌਂਗ ਲਿਵ। ਬਟ ਇਸ ਗਾਣੇ ਨੂੰ ਕਿੱਥੇ ਵੀ ਕੋਈ ਜਗ੍ਹਾ ਨਹੀਂ ਮਿਲੀ। ਪਰ ਇਹ ਫਿਜ਼ਾ ਹਮੇਸ਼ਾ ਯਾਦ ਰੱਖੂਗੀ। ਹਾਂ, ਲੇਕਿਨ ਮੈਨੂੰ ਇੰਨਾ ਪਤਾ ਹੈ ਕਿ ਇਹ ਹਿਸਟਰੀ ਹੈ ਗਾਣਾ। ਇਹ ਲੋਕੀ ਭਾਵੇਂ ਇਹਨੂੰ ਬਹੁਤ ਕਹਿ ਲਓ, ਇਹ ਕਮਰਸ਼ੀਅਲ ਗਾਣਾ ਨਹੀਂ ਸੀ। ਕਮਰਸ਼ੀਅਲ ਗਾਣੇ ਨੂੰ ਮਤਲਬ ਅਵਾਰਡ ਵੀ ਦਿੱਤਾ ਔਰ ਉਹਨੂੰ ਉਹ ਮਕਬੂਲੀਅਤ ਵੀ ਮਿਲੀ। ਲੇਕਿਨ ਇਸ ਤਰ੍ਹਾਂ ਦੇ ਜਿਹੜੇ ਗਾਣੇ ਨੇ, ਜਿਹੜੇ ਕਦੀ ਕਦੀ ਬਣਦੇ ਨੇ, ਅਨੂ ਮਲਿਕ ਨੇ ਇੰਨਾ ਸੋਹਣਾ ਕੰਮ ਕੀਤਾ ਹੈ। ਔਰ ਉਹਨਾਂ ਦੇ ਕੰਮ ਦੇ ਵਿੱਚ ਕੁਝ ਕੰਮ ਜਿਹੜੇ ਨੇ ਉਹ ਮੇਰੇ ਹਿੱਸੇ ਆਏ, ਉਹਨਾਂ 'ਚੋਂ ਇਹ ਗੀਤ ਸੀ। ਉਹ ਹਮੇਸ਼ਾ ਮੈਨੂੰ ਇਹ ਗੱਲ ਵਾਸਤੇ ਕਹਿੰਦਾ ਹੈ ਜਦ ਵੀ ਮਿਲਦਾ ਹੈ ਕਿ ਪਿੰਨਾ ਤੂੰ ਕਮਾਲ ਕੀਤਾ, ਉਹ ਕਿਆ ਗਾਇਆ। ਔਰ ਸ਼ਾਇਦ ਕਿੱਥੇ ਗੁਲਜ਼ਾਰ ਸਾਹਿਬ ਨੇ ਬੜੀ ਤਾਰੀਫ ਕੀਤੀ ਹੈ ਇਸ ਗਾਣੇ ਦੀ। ਮੈਨੂੰ ਇਹ ਵੀ ਅਨੂ ਨਹੀਂ ਦੱਸਿਆ ਸੀ ਕਿ ਉਹਨਾਂ ਨੇ ਕਿਹਾ ਕਿ ਇਹ ਗਾਣਾ ਜਿਹੜਾ ਹੈਗਾ, ਦਿਸ ਵਾਜ਼ ਬਸ ਪਾਰ ਐਕਸਲੈਂਸ ਜਿਹਨੂੰ ਕਹਿੰਦੇ। ਤੁਹਾਡੇ ਰੂਹ ਚੋਂ ਨਿਕਲਦੀਆਂ ਇਹ ਸਾਰੀਆਂ ਚੀਜ਼ਾਂ। ਤੁਸੀਂ ਵੈਸਟਰਨ ਮਿਊਜ਼ਿਕਲ ਵੀ ਗਏ, ਇਹ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਇਆ। ਜੀ, ਮੈਂ ਵੈਸਟਰਨ ਬਹੁਤ ਗਾਉਣੀ ਹਾਂ। ਮੈਂ ਵੈਸਟਰਨ ਐਕਚੁਅਲੀ ਪ੍ਰੋਪਰ ਵੈਸਟਰਨ ਮਿਊਜ਼ਿਕ ਮੈਂ ਬਹੁਤ ਬਚਪਨ ਤੋਂ ਗਾਉਂਦੀ ਰਹੀ ਹਾਂ। ਮੈਨੂੰ ਬਹੁਤ ਸ਼ੌਕ ਸੀ। ਦਿੱਲੀ ਦੀ ਜੰਮਪਲ ਸੀ ਔਰ ਪੰਜਾਬੀ ਤਾਂ ਘਰ ਬੋਲਦੇ ਹੀ ਸੀਗੇ। ਪੰਜਾਬੀ ਤਾਂ ਮਤਲਬ ਸਾਨੂੰ ਲਾਜ਼ਮੀ ਸੀ ਬੋਲਣੀ। ਫਿਰ
ਪਿਤਾ ਜੀ ਮੇਰੇ ਪੇਸ਼ਾਵਰ ਦੇ ਸੀਗੇ, ਸੋ ਸਾਡੇ ਘਰ ਪਸ਼ਤੋ ਵੀ ਬੋਲੀ ਜਾਂਦੀ ਸੀ, ਸਾਡੇ ਘਰ ਹਿੰਦਕੋ ਵੀ ਬੋਲਦੇ ਸੀਗੇ। ਪਰ ਮਦਰ ਸਾਡੇ ਕਿਉਂਕਿ ਲਾਹੌਰ ਦੇ ਸੀਗੇ, ਸੋ ਅੰਮ੍ਰਿਤਸਰ ਤੇ ਲਾਹੌਰ ਇਸ ਪਾਸੇ ਦਾ ਸੀਗਾ ਮੇਰਾ ਨਾਨਕਾ, ਤੇ ਉਹਦੇ ਕਰਕੇ ਸਾਡੇ ਘਰ ਪੰਜਾਬੀ ਜਿਹੜੀ ਸੀ ਉਹ ਬਹੁਤ ਡੋਮੀਨੇਟਿੰਗ ਸੀਗੀ, ਪੰਜਾਬੀ ਬੋਲਦੇ ਸੀ ਅਸੀਂ। ਸਕੂਲ ਇੰਗਲਿਸ਼ ਬੋਲੀ ਦੀ ਸੀਗੀ, ਔਰ ਮੇਰਾ ਆਪਣਾ ਬਚਪਨ ਤੋਂ ਜਿਹੜਾ ਸੀ ਉਹ ਮੈਂ ਇੰਗਲਿਸ਼ ਬਹੁਤ ਬੋਲਦੀ ਸੀਗੀ ਸ਼ੁਰੂ ਤੋਂ ਹੀ, ਔਰ ਇੰਗਲਿਸ਼ ਬੋਲਦੀ ਸੀ ਤੇ ਇੰਗਲਿਸ਼ ਗਾਣੇ ਬਹੁਤ ਗਾਉਂਦੀ ਸੀ। ਜਦ ਕਿ ਮੈਨੂੰ ਬਹੁਤ ਜ਼ਿਆਦਾ ਘਰ ਤੇ ਨਹੀਂ ਗਾਣਾ ਮਤਲਬ ਗਾਣ ਨੂੰ ਮਿਲਿਆ, ਲੇਕਿਨ ਮੇਰੇ ਡੈਡੀ ਬਹੁਤ ਖੁਸ਼ ਹੁੰਦੇ ਸੀ। ਮੇਰਾ ਪਹਿਲਾ ਗਾਣਾ ਜਿਹੜਾ ਮੈਂ ਗਾਇਆ ਸੀ, ਮੈਂ ਤੁਹਾਨੂੰ 2 ਲਾਈਨ ਸੁਣਾਉਣੀ ਆ। ਮੇਰੀ 8 ਸਾਲ ਦੀ ਉਮਰ ਸੀ ਤੇ ਮੈਂ ਕੈਨੇਡਾ ਮੰਮੀ ਨਾਲ ਸ਼ੋਜ਼ ਕਰਨ ਗਈ, ਤੇ ਉੱਥੇ ਮੈਂ ਇੱਕ ਗਾਣਾ ਸੁਣਿਆ। ਕਾਰਪੈਂਟਰਸ ਕਰਕੇ ਇੱਕ ਗਰੁੱਪ ਸੀਗਾ, ਉਹਨਾਂ ਨੇ ਗਾਣਾ ਗਾਇਆ ਸੀ, ਬੜੇ ਹਿੱਟ ਹੋਏ ਸੀ ਉਹ। ਯੰਗ ਬ੍ਰਦਰ ਸਿਸਟਰ ਗਰੁੱਪ ਸੀਗਾ, ਡੂਓ ਸੀਗਾ। ਉਹ ਸੀਗਾ When I was young, I'd listen to the radio, waiting for my favorite song. When they played, I'd sing along. It made me smile. Those were such happy times, and not so long ago. How I wonder where they'd gone. But they're back again, just like a long lost friend. All the songs I loved so well, every sha-la-la-la, every woo still shine. ਇਹ ਮੇਰਾ ਪਹਿਲਾ ਗਾਣਾ ਸੀ ਜਿਹੜਾ ਮੈਂ ਸੁਣਿਆ, ਔਰ ਇਹਨੂੰ ਮੈਂ ਗਾਇਆ। ਮੈਨੂੰ ਅਲਫਾਜ਼ ਵੀ ਨਹੀਂ ਸੀ ਪਤਾ, ਤੇ ਮੈਂ ਇੱਦਾਂ ਹੀ ਲਾਲਾ ਲਾਲਾ ਕਰਕੇ ਗਾ ਦੇਣਾ। ਜਿੱਥੇ ਗਾਣਾ ਗੋਰਿਆਂ ਨੇ ਖੜ ਜਾਣਾ, ਉਹ ਕਹਿਣਾ ਇਹ ਬੱਚਾ ਕਿਹਦਾ ਹੈ, ਇਹ ਕੌਣ ਹੈ ਬੱਚਾ, ਇੰਨਾ ਅੱਛਾ ਗਾ ਰਿਹਾ ਹੈ। ਗੋਦੀ ਚੱਕ ਲੈਂਦੇ ਸੀ, ਗੋਦੀ ਚੱਕ ਲੈਂਦੇ ਸੀ। ਤੇ ਮੇਰੇ ਪ੍ਰਮੋਟਰ ਜਿਹੜੇ ਸੀ ਮੰਮੀ ਦੇ, ਜਿਨ੍ਹਾਂ ਨੇ ਸ਼ੋਅ ਕਰਾਏ ਸੀ, ਸਹੂਤਾ ਪ੍ਰਮੋਟਰ ਸੀਗੇ, ਤੇ ਉਹ ਵੈਨਕੂਵਰ ਵਿੱਚ ਸੀਗੇ। ਉਹਨਾਂ ਦੇ ਬੱਚੇ ਜਵਾਨ ਸੀਗੇ, ਮੈਂ ਬਹੁਤ ਛੋਟੀ ਸੀ ਨਾ, ਤੇ ਉਹ ਬਹੁਤ ਪਿਆਰ ਕਰਦੇ ਸੀ, ਦੋਨੋਂ ਬੇਟਾ ਔਰ ਬੇਟੀ ਉਹਨਾਂ ਦੇ। ਉਹਨਾਂ ਨੇ ਮੈਨੂੰ ਇਹ ਰਿਕਾਰਡ ਗਿਫਟ ਕੀਤਾ ਕਾਰਪੈਂਟਰਸ ਦਾ। ਬਸ ਉਸ ਤੋਂ ਬਾਅਦ ਫਿਰ ਮੈਂ ਇੰਗਲਿਸ਼ ਗਾਣੇ ਬਹੁਤ ਸੁਣਨ ਲੱਗ ਪਈ। ਮੈਂ ਬਹੁਤ ਵੈਸਟਰਨ ਸੁਣਿਆ, ਔਰ ਮੈਨੂੰ ਸ਼ੌਕ ਹੈ, ਅੱਜ ਵੀ ਮੈਨੂੰ ਸ਼ੌਕ ਹੈ। ਮੈਂ ਹੁਣ ਵੀ ਇੱਕ ਇੰਟਰਨੈਸ਼ਨਲ ਟਰੈਕ ਵੀ ਗਾਇਆ ਕਿਸੇ ਗੋਰੇ ਵਾਸਤੇ, ਕਿਸੇ ਕਾਲੇ ਵਾਸਤੇ। ਇਹ ਸਾਰੀ ਚਰਚਾ ਕਿਉਂ ਨਹੀਂ ਹੁੰਦੀ ਇੱਥੇ? ਰਿਗਰੈਟ ਹੈ? ਠੀਕ ਹੈ, ਥੋੜਾ ਤਾਂ ਹੋਊਗਾ। ਮੈਂ ਸੋਚਦੀ ਹਾਂ ਕਿ ਜਿੱਦਾਂ ਸੂਰਜ ਨੂੰ ਕੋਈ ਢੱਕ ਨਹੀਂ ਸਕਦਾ ਨਾ, ਉਸੇ ਤਰ੍ਹਾਂ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਬਖਸ਼ਿਸ਼ ਹੁੰਦੀ ਹੈ ਨਾ, ਉਹਨੂੰ ਪਰਮਾਤਮਾ ਹੀ ਢੱਕ ਸਕਦਾ, ਕੋਈ ਨਹੀਂ ਢੱਕ ਸਕਦਾ। ਉਹ ਆਪਣੇ ਆਪ, ਉਹਨੇ ਜਿਸ ਦਿਨ ਉਹਨੇ ਚਾਹਣਾ ਨਾ, ਉਸ ਦਿਨ ਉਹਨੇ ਰੋਸ਼ਨਾਈ ਕਰ ਦੇਣੀ, ਉਸ ਦਿਨ ਉਹਨੇ ਰੋਸ਼ਨ ਕਰ ਦੇਣਾ। ਉਸ ਦਿਨ ਇੱਕ ਹੋਰ ਪਿਆਰ ਤੋਂ ਹੋਣਾ ਹੀ ਥਾ ਜਾਏਗਾ। ਸੋ ਕੋਈ ਐਸੀ ਗੱਲ ਨਹੀਂ, ਕੋਈ ਰਿਗਰੈਟ ਨਹੀਂ ਹੈ। ਉਹਦੀ ਬੜੀ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਦਾ, ਕਿ ਉਹਨੇ ਬਹੁਤ ਕੁਝ ਦਿੱਤਾ ਹੈ। ਮੈਂ ਉਹਨਾਂ ਚੋਂ ਹਾਂ ਜਿਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਮੈਂ ਉਹਨਾਂ ਨੂੰ ਵੇਖਦੀ ਹਾਂ ਜਿਨ੍ਹਾਂ ਨੂੰ ਕੁਝ ਨਹੀਂ ਦਿੱਤਾ। ਸੋ ਇਸ ਕਰਕੇ ਪਰਮਾਤਮਾ ਦੀ ਰਜ਼ਾ 'ਚ ਖੁਸ਼ ਰਹਿਣਾ ਚਾਹੀਦਾ। ਗਾਇਕੀ ਦਾ ਸੂਰਜ ਹੋ ਤੁਸੀਂ। ਉਹਦਾ ਕਿਹੜਾ ਸੁਪਨਾ ਅਧੂਰਾ ਹੈ? ਹਾਂ, ਸੁਪਨੇ ਤਾਂ ਹਮੇਸ਼ਾ ਦੇਖੀ ਦੇ ਨੇ, ਬਹੁਤ ਹੀ ਦੇਖੀ ਦੇ ਨੇ। ਹਾਲੇ ਜਸਵਿੰਦਰ ਨੇ ਬਹੁਤ ਕੰਮ ਕਰਨਾ ਹੈ। ਹਾਲੇ ਮੈਨੂੰ ਲੱਗਦਾ ਮੇਰਾ ਹਾਲੇ ਔਖੀਆਂ ਨੇ ਚੜ੍ਹਾਈਆਂ, ਤੇ ਹਾਲੇ ਪੈਂਡਾ ਵੀ ਦੂਰ ਹੈ, ਉਹ ਵਾਲਾ ਹਾਲ ਹੈ। ਸੋ ਇਸ ਕਰਕੇ ਅਸੀਂ ਉਹ ਚੜ੍ਹਾਈਆਂ ਚੜ੍ਹ ਰਹੇ ਹਾਂ, ਤੇ ਇੱਕ ਦਿਨ ਜ਼ਰੂਰ ਪੈਂਡਾ ਨੇੜੇ ਆ ਜਾਏਗਾ, ਜਾਂ ਅਸੀਂ ਉਹਦੇ ਨੇੜੇ ਚਲੇ ਜਾਵਾਂਗੇ। ਗਾਇਕੀ ਦੇ ਨਾਲ ਨਾਲ ਪੋਲਿਟਿਕਸ ਵਿੱਚ ਜਾਣ ਦੇ ਇੰਟਰਸਟਡ ਹੋ ਗਏ? ਇੱਕ ਵਾਰ ਤੁਸੀਂ ਗਏ ਵੀ ਸੀਗੇ। ਹਾਂਜੀ, ਮੈਨੂੰ ਪੋਲਿਟਿਕਸ ਨਾਲ ਤੇ ਕੋਈ ਜ਼ਿਆਦਾ ਸ਼ੌਕ ਨਹੀਂ ਹੈ, ਪਰ ਮੈਂ ਚਾਹੁੰਦੀ ਹਾਂ ਪੋਲਿਟਿਕਸ ਵਿੱਚ ਕੁਛ ਸੱਚੇ ਲੋਕ ਜ਼ਰੂਰੀ ਨੇ ਆਉਣੇ, ਤਾਂ ਕਿ ਹਾਲਾਤ ਥੋੜ੍ਹੇ ਹੋਰ ਬਦਲਣ, ਥੋੜ੍ਹੇ ਅੱਛੇ ਹੋਣ, ਕੁਛ ਅੱਛੀਆਂ ਚੀਜ਼ਾਂ ਹੋਣ, ਅੱਛੀਆਂ ਰੂਹਾਂ ਜੁੜਨ, ਅੱਛੇ ਕੰਮ ਹੋਣ, ਅੱਛਾ ਐਟਮੋਸਫੀਅਰ ਹੋਵੇ, ਮਤਲਬ ਚੰਗੀਆਂ ਚੀਜ਼ਾਂ ਹੋਣ। ਬਹੁਤ ਜ਼ਿਆਦਾ ਜਿਹੜਾ ਦੇਖ ਰਹੇ ਹਾਂ, ਬਹੁਤ
उथल पुथल ये सब ख़त्म होवे और कुछ अच्छे रिजल्ट्स निकल के सामने आन। वो ज़रूर अच्छियां रूहां जद मिलणगियां ना ते अच्छे काम होणगे। बस उस करके मेरा दिल है कि मैं किसी दिन ज़रूर पॉलिटिक्स विच कदम रखा और मैं आवां और मैं कुछ अच्छे काम करके इस दुनिया तो जावां। मैं प्लेटफार्म नहीं पूछूंगा ਕਿਹੜੇ ਪਲੇਟਫਾਰਮ ਤੇ ਜਾਣਾ। नहीं नहीं वो मैं दसांगी भी नहीं। मैं ਪੁੱਛਣਾ ਵੀ ਨਹੀਂ। मैं ते बस जिस ते उन्हें जोड़ना है उन्हें जोड़ देना है मैनू। मेरे वास्ते सारे बराबर ने। मैं ते परमात्मा नू इहो हथ जोड़दी हां कि बस जिथे मैं अच्छे काम कर सकां मैनू उन्हां नाल जोड़ो। बस मैं उन्हां नाल जुड़ना चाहनी हां। चर्चा समाप्त नहीं कर सकता मैं, चाਹੁੰਦਾ ਵੀ ਨਹੀਂ ਕਰਾਂ, ਪਰ ਕਰਨੀ ਪੈਣੀ ਹੈ ਕਿਉਂਕਿ ਜੀ। ਤੁਸੀਂ ਵੀ ਜਾਣਾ ਹੈ। ਵਕਤ ਦੀ ਨਜ਼ਾਕਤ ਵੀ ਹੈ। जी ਕਿੱਥੇ ਜਾ ਕੇ ਚਰਚਾ ਸਮਾਪਤ ਕਰਾਂ? ਤੁਸੀਂ ਚਰਚਾ ਸਮਾਪਤ ਕਰਨੀ ਹੈ, ਮੇਰੇ ਤੋਂ ਨਹੀਂ ਹੋ ਸਕਦੀ नहीं ਕਿਉਂਕਿ ਮੈਂ ਤਾਂ ਚਾਹੁੰਦਾ ਮੈਂ ਤੁਹਾਨੂੰ ਸੁਣੀ ਜਾਵਾਂ। ਅਸੀਂ ਫਿਰ ਇਕੱਠੇ ਹੋਵਾਂਗੇ ਜ਼ਰੂਰ। ਔਰ ਫਿਰ ਤੁਹਾਡੀ ਵੀ ਇੰਨੀ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਉਹ ਵੀ ਬੜਾ ਮੈਸਮਰਾਈਜ਼ਿੰਗ ਹੈ। ਬੜਾ ਅੱਛਾ ਲੱਗਿਆ ਮੈਨੂੰ ਤੁਹਾਡੇ ਨਾਲ ਬੈਠ ਕੇ। ਆਈ ਥਿੰਕ ਅਸੀਂ ਪਹਿਲੇ ਵੀ ਜੀ। ਮਿਲੇ ਹਾਂ ਬਟ ਇਹ ਹੁੰਦਾ ਕਿ ਇੰਨੇ ਸਾਲ ਬੀਤ ਜਾਂਦੇ ਨੇ ਤੇ ਫਿਰ ਉਹ ਫਿਰ ਟਾਈਮ ਆਉਂਦਾ ਫਿਰ ਮਿਲ ਜਾਂਦੇ। ਤਾਂ ਅੱਜ ਇਹ ਬਹੁਤ ਅੱਛਾ ਲੱਗਿਆ ਕਿ ਇਹ ਚਰਚਾ ਵਾਸਤੇ ਅਸੀਂ ਬੈਠੇ ਔਰ ਕੁਛ ਰੂਬਰੂ ਗੱਲਾਂ ਹੋਈਆਂ ਤੇ ਮੈਂ ਤਾਂ ਸਿਰਫ ਧੰਨਵਾਦ ਹੀ ਕਰ ਸਕਦੀ ਹਾਂ ਔਰ ਇੱਥੇ ਹੀ ਖ਼ਤਮ ਕਰਨਾ ਚਾਹਾਂਗੀ। ਅਸੀਂ ਤਾਂ ਤੁਹਾਨੂੰ ਸਲਾਮ ਕਰਦੇ ਹਾਂ। ਥੈਂਕ ਯੂ। ਗੋਡ ਬਲੈਸ ਯੂ। ਪਰਮਾਤਮਾ ਇਸ ਤਰ੍ਹਾਂ ਹੀ ਰੂਹਾਂ ਵਾਲੇ ਲੋਕ ਜਿਹੜੇ ਨੇ ਉਹ ਪੈਦਾ ਹੋਣ ਤਾਂ ਕਿ ਉਹ ਰੂਹ ਨੂੰ ਸਮਝ ਸਕਣ, ਰੂਹ ਦੀ ਪੁਕਾਰ ਨੂੰ ਸਮਝ ਸਕਣ, ਉਸ ਤੋਂ ਨਿਕਲੀ ਹੋਈ ਚੀਜ਼ ਨੂੰ ਸਮਝ ਸਕਣ ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ। ਬਹੁਤ ਸ਼ੁਕਰੀਆ ਤੁਹਾਡਾ। ਕਿਹੜੇ ਨਗਮੇ ਨਾਲ ਛੱਡ ਕੇ ਜਾਓਗੇ ਸਰ? अखियाँ मिला के चन्ना भाविना जुदाई में ओ अखियाँ मिला के चन्ना पाविना जुदाई वे देवे ना ताने मैनू सारे खुदाई वे हो अखियाँ मिला के तारे हैं बाराती चांदनी है ये बारात सातों फेरे होंगे अब हाथों में लेके हाथ सातों फेरे होंगे अब हाथों में लेके हाथ जीवन साथी हम दिया और बाती हम जीवन साथी हम दिया और ਬਾਤੀ ਹਮ। ਗਾਇਕੀ ਦੇ ਸੂਰਜ ਹੋ ਤੁਸੀਂ, ਤਾਰਿਆਂ ਵਾਂਗੂ ਚਮਕਦੇ ਰਹੋ, ਸੁਰਾਂ ਦੀ ਬਰਾਤ ਇੱਦਾਂ ਹੀ ਸਜਦੀ ਰਹੇ। ਪਰ ਤੁਸੀਂ ਜੁਦਾਈ ਦੀ ਗੱਲ ਕੀਤੀ ਹੈ, ਜੁਦਾਈ ਵਿੱਚ ਤੁਸੀਂ ਗਾਇਆ ਵੀ ਹੈ। ਜੁਦਾ ਤਾਂ ਹੋਣਾ ਹੀ ਪੈਣਾ। ਹਾਂਜੀ ਜੁਦਾ ਤੇ ਹੋਣਾ ਹੀ ਪੈਣਾ। ਸੋ ਵਕਤ ਨਹੀਂ ਹੈ। ਹਾਂਜੀ ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ।